ਨਿਊਜ਼ 24 ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਪਰਤਾਂ ਸਿੱਖ ਇਤਿਹਾਸ ਦੀਆਂ ਤੇ ਮੈਂ ਹਾਂ ਸੁਰਜੀਤ ਸਿੰਘ ਖਮਾਣੋ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਦਰਸ਼ਕੋ, ਤੁਸੀਂ ਇਹ ਤਾਂ ਸੁਣਦੇ ਆਉਂਦੇ ਹੋ ਕਿ ਸਰਬ ਰੋਗ ਕਾ ਔਖਦ ਨਾਮ, ਪਰ ਅੱਜ ਤੁਹਾਨੂੰ ਅਸੀਂ ਇੱਕ ਐਸੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਜੋ ਸਾਨੂੰ ਇਹ ਦੱਸਣਗੇ ਕਿ ਉਹਨਾਂ ਦਾ ਬੜਾ ਵੱਡਾ ਅਧਿਐਨ ਹੈ। ਪੇਸ਼ੇ ਵਜੋਂ ਡਾਕਟਰ ਨੇ, ਗੁਰਬਾਣੀ ਦੇ ਬਹੁਤ ਉਹਨਾਂ ਨੇ ਖੋਜ ਕੀਤੀ ਹੈ, ਇਤਿਹਾਸ ਬਾਰੇ ਬੜੀ ਖੋਜ ਕੀਤੀ ਹੈ ਅਤੇ ਉਹ ਅੱਜ ਸਾਨੂੰ ਦੱਸਣਗੇ ਕਿ ਸਰਬ ਰੋਗ ਕਾ ਔਖਦ ਨਾਮ, ਜੋ ਵਾਇਰਸ ਗਾਹੇ ਵਗਾਹੇ ਦੁਨੀਆ ਦੇ ਵਿੱਚ ਆਉਂਦੇ ਰਹੇ ਨੇ, ਜੋ ਬਿਮਾਰੀਆਂ ਆਉਂਦੀਆਂ ਰਹੇ ਨੇ, ਪਲੇਗ ਤੋਂ ਲੈ ਕੇ ਏਡਜ਼ ਤੋਂ ਲੈ ਕੇ ਡੇਂਗੂ ਵਗੈਰਾ ਤੱਕ, ਇਹ ਸਾਰਿਆਂ ਦਾ ਇਲਾਜ ਕਿਵੇਂ ਹੈ, ਕਿਵੇਂ ਇਹ ਕਦੋਂ ਤੇ ਦਰਜ ਹੈ, ਸਿੱਖ ਇਤਿਹਾਸ ਦੀਆਂ ਪਰਤਾਂ ਨਹੀਂ, ਸਿੱਖ ਇਤਿਹਾਸ ਦੇ ਵਿੱਚ ਨਾਲ ਸੰਬੰਧ ਤੇ ਕਦੋਂ ਤੇ ਹੈ, ਉਹ ਸਾਰਾ ਕੁਝ ਅੱਜ ਸਾਡੇ ਨਾਲ ਦੱਸਣ ਲਈ ਸਾਡੇ ਕੋਲ ਮੌਜੂਦ ਨੇ ਡਾਕਟਰ ਸੁਖਬੀਰ ਸਿੰਘ ਜੀ। ਅਸੀਂ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਅਤੇ ਉਹ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਅੱਜ ਦੀ ਜੋ ਮਹਾਂਮਾਰੀ, ਭਿਆਨਕ ਮਹਾਂਮਾਰੀ ਨਾਲ ਜੂਝ ਰਿਹਾ ਸੰਸਾਰ, ਕਰੋਨਾ ਦੀ ਨਾਲ, ਇਹਦਾ ਇਲਾਜ ਵੀ ਗੁਰਬਾਣੀ ਦੇ ਵਿੱਚ ਦਰਜ ਹੈ ਅਤੇ ਵਿਆਖਿਆ ਸਾਹਿਤ ਤੁਹਾਡੇ ਨਾਲ ਸਾਂਝਾ ਕਰਨਗੇ। ਇਹਨਾਂ ਦਾ ਬੜਾ ਵੱਡਾ ਤਜਰਬਾ ਹੈ। ਸੋ ਜੀ ਆਇਆਂ ਨੂੰ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਮਾਣੋ ਸਾਹਿਬ, ਤੁਸੀਂ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ ਕਿ ਇਸ ਮਹਾਂਮਾਰੀ ਤੋਂ ਬਚਣ ਵਾਸਤੇ ਸਭ ਤੋਂ ਵਧੀਆ, ਸਸਤਾ ਅਤੇ ਚੰਗਾ ਇਲਾਜ ਜਿਹੜਾ ਹੈ ਉਸ ਦੀ ਭਾਲ ਵਿੱਚ ਨਿਕਲ ਤੁਰੇ ਹੋ। ਤੁਹਾਨੂੰ ਵਧਾਈ ਹੋਵੇ, ਤੁਹਾਡੇ ਚੈਨਲ ਨੂੰ ਵਧਾਈ ਹੋਵੇ। ਇਹ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਿ ਸਾਰੀਆਂ ਬਿਮਾਰੀਆਂ ਦਾ ਇਲਾਜ ਇਹ ਇੱਕ ਨਾਮ ਦੀ ਦਵਾਈ ਹੈ। ਔਖਦ ਮੈਨੇ ਦਵਾਈ ਹੁੰਦਾ ਹੈ, ਅਖੇ ਔਖਦ ਨਾਮ ਕਿਹਾ ਹੈ। ਸਰਬ ਰੋਗ ਕਾ ਔਖਦ ਨਾਮ, ਸਾਰਿਆਂ ਰੋਗਾਂ ਦਾ ਜਿਹੜਾ ਇਲਾਜ ਹੈ ਉਹ ਨਾਮ ਦੀ ਦਵਾਈ ਹੈ। ਔਰ ਇਹ ਬਿਲਕੁਲ ਸੱਚੀ ਗੱਲ ਹੈ ਕਿ ਜਿਸ ਕਿਸੇ ਨੇ ਵੀ ਇਹ ਦਵਾਈ ਸਮੇਂ ਸਿਰ ਖਾਧੀ ਹੈ, ਪੂਰੀ ਖਾਧੀ ਹੈ, ਉਸ ਨੂੰ ਕਦੇ ਵੀ ਕੋਈ ਬਿਮਾਰੀ ਹੁੰਦੀ ਹੀ ਨਹੀਂ ਹੈ। ਪਰ ਜੇ ਕਿਸੇ ਨੂੰ ਹੋ ਜਾਵੇ, ਉਸ ਬਿਮਾਰੀ ਦੇ ਦੌਰਾਨ ਜਦੋਂ ਕਿ ਸਾਰੀਆਂ ਇਲਾਜ ਪ੍ਰਣਾਲੀਆਂ ਇਹ ਕਹਿ ਦੇਣ ਕਿ ਇਹ ਲਾ ਇਲਾਜ ਬਿਮਾਰੀ ਹੈ, ਇਸ ਦਾ ਇਲਾਜ ਨਹੀਂ ਹੋ ਸਕਦਾ, ਅਤੇ ਉਦੋਂ ਵੀ ਕੋਈ ਇਹ ਦਵਾਈ, ਨਾਮ ਦੀ ਦਵਾਈ, ਡਿਵਾਈਨ ਨੇਮ ਮੈਡੀਸਨ ਖਾ ਲਵੇ ਤਾਂ ਉਹ ਵਿਅਕਤੀ ਇਸ ਦਵਾਈ ਨਾਲ ਠੀਕ ਹੋ ਜਾਂਦਾ ਹੈ। ਉਸ ਨੂੰ ਹੋਰ ਕਿਸੇ ਵੀ ਮੈਡੀਸਨ ਦੀ ਲੋੜ ਨਹੀਂ ਪੈਂਦੀ ਹੈ, ਚਾਹੇ ਉਹ ਅੰਗਰੇਜ਼ੀ ਦਵਾਈ ਹੈ, ਚਾਹੇ ਉਹ ਦੇਸੀ ਦਵਾਈ ਹੈ, ਚਾਹੇ ਉਹ ਹੋਮਿਓਪੈਥੀ ਹੈ, ਜਾਂ ਹੋਰ 100 ਤਰ੍ਹਾਂ ਦੀਆਂ ਹੋਰ ਦਵਾਈਆਂ ਹਨ, ਨੁਸਖੇ ਹਨ, ਪਰ ਉਹ ਕੋਈ ਵੀ ਦਵਾਈ ਉਸ ਨੂੰ ਖਾਣੀ ਨਹੀਂ ਪੈਂਦੀ। ਪਰ ਇਹ ਦਵਾਈ ਜਿਹੜੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਦਿੱਤੀ, ਔਰ 239 ਸਾਲ ਦੇ ਵਿੱਚ 10 ਗੁਰੂਆਂ ਨੇ ਜਿਸ ਨੂੰ ਕੰਪਲੀਟ ਕਰਕੇ ਸਾਨੂੰ ਦਿੱਤਾ ਹੈ, ਖਾਣ ਦਾ ਸਮਾਂ ਦਿੱਤਾ ਹੈ, ਇਹ ਦਵਾਈ ਉਸ ਸਮੇਂ ਜੇ ਅਸੀਂ ਖਾਂਦੇ ਹਾਂ ਤਾਂ ਕੋਈ ਵੀ ਬਿਮਾਰੀ ਜਿਹੜੀ ਹੈ ਉਸ ਦਾ ਇਲਾਜ ਹੋ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਰੀ ਦੁਨੀਆ ਦਾ ਫਿਲਾਸਫੀ ਦਾ ਨਿਚੋੜ ਵੀ ਹੈ, ਸਾਰਿਆਂ ਦੇ ਮਸਲੇ ਵੀ ਹੱਲ ਕਰਦਾ ਹੈ, ਔਰ ਸਾਰੀਆਂ ਬਿਮਾਰੀਆਂ ਦਾ ਇਲਾਜ ਵੀ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ, ਅਨਕ ਅਪਾਵ ਰੋਗ ਨਾ ਜਾ, ਅਨਕ ਅਪਾਵ ਰੋਗ ਨਾ ਜਾਏ, ਰੋਗ ਮਿਟੇ ਹਰ ਅਵਖਦ ਲਾਏ। ਜੇ ਕਿਸੇ ਹੋਰ ਇਲਾਜ ਪ੍ਰਣਾਲੀ ਨਾਲ ਜੇ ਇਲਾਜ ਨਹੀਂ ਹੋਇਆ ਤਾਂ ਨਾਮ ਦੀ ਦਵਾਈ ਖਾਣ ਨਾਲ ਇਹ ਇਲਾਜ ਹੋ ਜਾਂਦਾ ਹੈ। ਇੱਥੇ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਹਾਂ ਕਿ ਜੇ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਨਾ, ਇਸ 'ਤੇ ਸਾਨੂੰ ਵਿਸ਼ਵਾਸ ਕਰਨਾ ਪਵੇਗਾ। ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਆ ਇਹ 100% ਸੱਚ ਹੈ। ਇਹਦੇ 'ਤੇ ਤਰਕ ਕਰਨ ਦੀ ਕੋਈ ਲੋੜ ਨਹੀਂ ਹੈ ਕਿ ਇਹ ਕਿਵੇਂ ਹੋਏਗਾ ਜੀ, ਦਵਾਈ ਤੋਂ ਬਿਨਾਂ ਕਿਵੇਂ ਹੋਏਗਾ ਜੀ, ਆਪਰੇਸ਼ਨ ਤੋਂ ਬਿਨਾਂ ਕਿਵੇਂ ਹੋਏਗਾ ਜੀ। ਇਹ ਹੁੰਦਾ ਆ ਰਿਹਾ ਹੈ, ਅਸੀਂ ਗੁਰੂ ਦੀ ਕਿਰਪਾ ਨਾਲ। ਡਾਕਟਰ ਸਾਹਿਬ, ਇੱਕ ਗੱਲ ਦੱਸੋ, ਤੁਸੀਂ ਕਹਿੰਦੇ ਹੋ ਕਿ ਇਹ ਦਵਾ 550 ਸਾਲ ਤੋਂ ਤਿਆਰ ਹੈ,
ਤੁਹਾਨੂੰ ਕੋਈ ਬੱਟੀ ਲੈਣ ਦੀ ਲੋੜ ਨਹੀਂ, ਬੱਟੀ ਮੀਨਜ਼ ਟੈਬਲੇਟ ਗੋਲੀਆਂ ਖਾਣ ਦੀ ਲੋੜ ਨਹੀਂ, ਨਾ ਕੋਈ ਲੋਦਾ ਲਵਾਉਣ ਦੀ ਲੋੜ ਹੈ, ਇੰਜੈਕਸ਼ਨ ਲਵਾਉਣ ਦੀ ਲੋੜ ਹੈ, ਨਾ ਤੁਸੀਂ ਆਪਰੇਸ਼ਨ ਤੋਂ ਵੀ ਬਚੇ ਰਹਿ ਸਕਦੇ ਹੋ। ਤੁਹਾਨੂੰ ਖਰਚਾ ਵੀ ਕੋਈ ਨਹੀਂ ਕਰਨਾ ਪੈਂਦਾ, ਖਰਚਾ ਵੀ ਕੋਈ ਨਹੀਂ ਕਰਨਾ ਪੈਂਦਾ, ਇਹ ਵੀ ਤੁਸੀਂ ਕਹਿੰਦੇ ਹੋ। ਅਤੇ ਫਿਰ ਜਿਹੜਾ ਐਡਾ ਵੱਡਾ ਇਲਾਜ ਜਿਹਨੂੰ ਸਾਰੀ ਦੁਨੀਆ ਜਿਹਨੇ ਪੜ੍ਹਨੀ ਪਾਈ ਪਈ ਹੈ, ਅੱਜ ਤੁਸੀਂ ਕਹਿੰਦੇ ਵੀ ਕਰੋਨਾ ਦਾ ਇਲਾਜ ਵੀ ਇਹਦੇ ਵਿੱਚ ਹੈ। ਅੱਜ ਲੋੜ ਹੈ ਕਰੋਨਾ ਦੇ ਇਲਾਜ ਦੀ ਲੋਕਾਂ ਨੂੰ। ਇਹਦੇ ਬਾਰੇ ਜਰਾ ਕਰੋਨਾ ਬਾਰੇ ਵਿਸਤਾਰ ਨਾਲ ਚਾਨਣਾ ਪਾਓ। ਬਸ ਗੱਲ ਤਾਂ ਇੱਕੋ ਹੀ ਹੈ ਕਿ ਮੈਡੀਕਲ ਸਾਇੰਸ ਜਾਂ ਹੋਰ ਇਲਾਜ ਪ੍ਰਣਾਲੀਆਂ ਰੱਬੀ ਸ਼ਕਤੀ 'ਤੇ ਵਿਸ਼ਵਾਸ ਨਹੀਂ ਕਰਦੀਆਂ। ਇਹ ਮਨੁੱਖ ਜੋ ਕਰਦਾ ਹੈ ਉਹਨੂੰ ਹੀ ਠੀਕ ਸਮਝਦੀਆਂ ਨੇ। ਇਹ ਇੱਕ ਭੁਲੇਖਾ ਹੈ। ਮੈਡੀਕਲ ਸਾਇੰਸ ਉਸ ਚੀਜ਼ ਨੂੰ ਮੰਨਦੀ ਹੈ ਜਿਹੜੀ ਸਾਹਮਣੇ ਦਿਖਾਈ ਦਿੰਦੀ ਹੈ, ਔਰ ਸਪਿਰਿਚੁਅਲ ਸਾਇੰਸ ਜਿਹੜੀ ਹੈ ਉਹ ਤਾਂ ਬਹੁਤ ਕੁਝ ਉਹ ਕਰ ਜਾਂਦੀ ਹੈ ਜਿਹਦਾ ਕੋਈ ਦਿਖਾਈ ਵੀ ਨਹੀਂ ਦਿੰਦਾ ਹੈ। ਇਹ ਫਰਕ ਹੈ। ਸਪਿਰਿਚੁਅਲ ਸਾਇੰਸ ਜਿਹੜਾ ਹੈ ਇਹ ਵਿਸ਼ਵਾਸ ਕਰਨ ਵਾਲਾ ਇੱਕ ਉਹ ਹੈ ਜਿਹਦੇ 'ਤੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਜੇ ਕਰੀਏ। ਮੈਂ ਕਹਿ ਰਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਸੱਚ ਹੈ। ਸਾਰੀ ਦੁਨੀਆ ਨੇ ਜ਼ੋਰ ਲਾ ਕੇ ਦੇਖ ਲਿਆ, ਕੋਈ ਇੱਕ ਗਲਤੀ ਕੱਢ ਦਈਏ ਪਰ ਨਹੀਂ ਨਿਕਲੀ। ਸਾਇੰਸ ਨੇ ਵੀ, ਮੈਡੀਕਲ ਸਾਇੰਸ ਨੇ ਵੀ ਕਿਹਾ, ਪਰ ਗੁਰੂ ਗ੍ਰੰਥ ਸਾਹਿਬ ਇਹ ਕਹਿ ਰਹੇ ਨਾ, ਮੈਂ ਕਿਹਾ ਅਨਕ ਅਪਾਵੀ ਰੋਗ ਨਾ ਜਾਏ, ਰੋਗ ਮਿਟੇ ਹਰ ਅਬ ਖਦ ਲਾਏ। ਅੱਗੇ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ, ਹੋਰ ਕਹਿੰਦੇ ਆ ਏਕ ਆਸ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਇਸ ਤੋਂ ਅੱਗੇ ਵੀ ਗੁਰਬਾਣੀ ਕਹਿ ਰਹੀ ਹੈ, ਨਾਮ ਔਖਦ ਜੇ ਹਿਰਦੈ ਹਿਤਾਵੈ, ਤਾਹੇ ਰੋਗ ਸੁਪਨੇ ਨਾ ਆਵੇ। ਸਰੀਰ ਦੀ ਗੱਲ ਨਹੀਂ, ਗੁਰਬਾਣੀ ਤੇ ਇੱਥੋਂ ਤੱਕ ਕਹਿ ਰਹੀ ਹੈ ਕਿ ਜਿਹਦੇ ਹਿਰਦੇ ਵਿੱਚ ਇਹ ਨਾਮ ਦੀ ਦਵਾਈ ਵਸ ਜਾਂਦੀ ਹੈ ਨਾ, ਉਹ ਤੇ ਸੁਪਨੇ ਵਿੱਚ ਵੀ ਰੋਗ ਨਹੀਂ ਆਉਂਦਾ। ਫਿਰ ਇੱਕ ਹੋਰ ਗੱਲ ਹੈਗੀ, ਗੁਰਬਾਣੀ ਸਾਨੂੰ ਹੋਰ ਬਹੁਤ ਕਲੀਅਰ ਕਰਦੀ ਹੈ। ਹਰ ਔਖਦ ਰੱਬ ਦੇ ਨਾਮ ਦੀ ਦਵਾਈ, ਹਰ ਮੈਨੇ ਰੱਬ, ਹਰ ਔਖਦ ਮੈਨੇ ਦਵਾਈ, ਹਰ ਔਖਦ ਹਰ ਘਟ ਹੈ ਭਾਈ, ਗੁਰ ਪੂਰੇ ਬਿਨ ਵਿਧ ਨਾ ਬਣਾਏ। ਜਿੰਨਾ ਚਿਰ ਤੱਕ ਪੂਰਾ ਗੁਰੂ ਨਹੀਂ ਮਿਲਦਾ ਉਹਨਾਂ ਚਿਰ ਇਹ ਦਵਾਈ ਖਾਣ ਦਾ ਪਤਾ ਨਹੀਂ ਲੱਗਦਾ, ਕਦੋਂ ਖਾਣੀ ਹੈ, ਕਿੰਨੇ ਵਜੇ ਖਾਣੀ ਹੈ, ਕਿਸ ਤਰ੍ਹਾਂ ਖਾਣੀ ਹੈ, ਕਿੰਨੀ ਖਾਣੀ ਹੈ। ਜਿਸ ਤਰ੍ਹਾਂ ਅਸੀਂ ਡਾਕਟਰ ਕੋਲ ਜਾਂਦੇ ਹਾਂ, ਉਹ ਸਾਡੇ ਕੋਲ ਫੀਸ ਹੀ ਇਸ ਗੱਲ ਦੀ ਲੈਂਦਾ ਕਿ ਮੈਂ ਤੈਨੂੰ ਇਹ ਦਵਾਈ ਲਿਖਾਂਗਾ ਤੇ ਤੈਨੂੰ ਇਹ ਮੈਂ ਦਵਾਈ ਦੱਸਾਂਗਾ ਕਿ ਕਦੋਂ ਖਾਣੀ ਹੈ ਤੇ ਕਿੰਨੀ ਖਾਣੀ ਹੈ ਤੇ ਕਾਹਦੇ ਨਾਲ ਖਾਣੀ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵੀ ਦੱਸਦੇ ਪਏ ਹੈਗੇ ਆ ਕਿ ਭਾਈ ਤੁਹਾਡੇ ਕੋਲ ਦਵਾਈ ਤੇ ਹੈ, ਪਰ ਤੁਹਾਨੂੰ ਪੂਰੇ ਗੁਰੂ ਕੋਲ ਜਾਣਾ ਚਾਹੀਦਾ। ਸਾਡੇ ਕੋਲ ਇਸ ਵਕਤ ਪੂਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸਾਨੂੰ ਉਹਨਾਂ ਕੋਲ ਜਾਣਾ ਪਵੇਗਾ। ਉੱਥੇ ਜਾ ਕੇ ਸਾਨੂੰ ਆਪਣੀ ਗੱਲ ਰੱਖਣੀ ਪਵੇਗੀ। ਜਿਵੇਂ ਡਾਕਟਰ ਨੂੰ ਦੱਸਦੇ ਹਾਂ ਤਾਂ ਉੱਥੇ ਜਾ ਕੇ ਇਸ ਬਿਮਾਰੀ ਦਾ ਇਲਾਜ ਸਾਨੂੰ ਮਿਲ ਜਾਏਗਾ। ਔਰ ਦੱਸ ਰਹੇ ਨੇ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਇਲਾਜ ਦਾ ਤਰੀਕਾ ਦੱਸ ਰਹੇ ਗੁਰੂ ਗ੍ਰੰਥ ਸਾਹਿਬ, ਅਸੀਂ ਰੋਜ਼ ਪੜ੍ਹਦੇ ਹਾਂ ਰਹਿਰ ਸਾਹਿਬ ਸੇ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਉਹ ਤਾਂ ਸਾਨੂੰ ਤਰੀਕਾ ਦੱਸਦੇ ਪਏ ਨੇ ਕਿ ਕਿਸ ਤਰ੍ਹਾਂ ਨਾਲ ਇਹ ਬਿਮਾਰੀਆਂ ਠੀਕ ਹੁੰਦੀਆਂ ਨੇ। ਕਹਿੰਦੇ ਪਰ ਤੁਹਾਨੂੰ ਸੱਚੀ ਬਾਣੀ ਸੁਣਨੀ ਪੈਣੀ ਹੈ। ਗੁਰੂ ਨਾਨਕ ਦੇਵ ਜੀ ਅੰਮ੍ਰਿਤ ਵੇਲੇ ਦੀ ਗੱਲ ਜਪਜੀ ਸਾਹਿਬ ਦੀ 4ਥੀ ਪੌੜੀ ਵਿੱਚ ਕਰ ਰਹੇ ਨੇ, ਔਰ 7ਵੀਂ ਪੌੜੀ ਤੋਂ ਲੈ ਕੇ 11ਵੀਂ ਪੌੜੀ ਤੱਕ ਉਹ ਬਾਣੀ ਸੁਣਨ ਤੇ ਜ਼ੋਰ ਦੇ ਰਹੇ ਨੇ, ਔਰ 12ਵੀਂ ਪੌੜੀ ਤੋਂ ਲੈ ਕੇ 15ਵੀਂ ਪੌੜੀ ਤੱਕ ਉਹ ਉਸ ਨੂੰ ਵਿਚਾਰਨ ਦੀ ਗੱਲ ਤੇ ਮੰਨਣ ਦੀ ਗੱਲ ਕਰ ਰਹੇ ਨੇ। ਇਹ ਪਹਿਲਾਂ ਕਰਨਾ ਪੈਣਾ, ਫਿਰ ਆਰਾਮ ਆ ਜਾਏਗਾ। ਪਰ ਗੁਰਸਿੱਖ ਜਾਂ ਸਿੱਖ ਤਾਂ ਇਸ ਤੋਂ ਦੂਰ ਚਲੇ ਗਏ ਨੇ। ਇਹਦੇ ਕਾਰਨ ਕਈ ਹੋ ਸਕਦੇ ਨੇ। ਇਸ ਕਰਕੇ ਅਸੀਂ ਸਾਰੇ ਬਹੁਤ ਦੁਖੀ ਹਾਂ, ਰੋਗੀ ਹਾਂ। ਇਸ ਕਰਕੇ ਸਾਡਾ ਇਲਾਜ ਨਹੀਂ ਹੋ ਰਿਹਾ। ਪਰ ਜਦੋਂ ਅਸੀਂ ਗੁਰੂ ਡਾਕਟਰ ਕੋਲ ਚਲੇ ਜਾਵਾਂਗੇ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। ਇਹ ਤਾਂ ਸਿਰਫ ਇੰਨੀ ਗੱਲ ਨਹੀਂ, ਰੋਗ ਵੀ ਠੀਕ ਕਰਦੇ ਆ ਔਰ ਜਮਾਂ ਦੀ ਫਾਂਸੀ ਵੀ ਕੱਟਦੇ ਆ। ਇਸ ਕਰਕੇ ਸਾਨੂੰ ਇਹ ਦਵਾਈ ਲੈਣ ਦਾ ਤਰੀਕਾ ਪੁੱਛਣਾ ਪੈਣਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ। ਕਿਵੇਂ ਇਲਾਜ ਹੁੰਦਾ ਹੈ? ਮੈਡੀਕਲ ਸਾਇੰਸ ਕਿਉਂ ਨਹੀਂ ਕਰ ਸਕੀ? ਸਪਿਰਿਚੁਅਲ ਸਾਇੰਸ ਕਿਉਂ ਇਲਾਜ ਕਰਦੀ ਹੈ? ਮੈਂ ਕਰੋਨਾ ਦੀ ਗੱਲ ਤੇ ਆਉਣਾ, ਕਰੋਨਾ ਦਾ ਇਲਾਜ ਹੋਏਗਾ, ਪਰ ਪਹਿਲਾਂ ਕਲੀਅਰ ਕਰਕੇ ਕਿ ਸਪਿਰਿਚੁਅਲ ਸਾਇੰਸ ਇਲਾਜ ਕਿਵੇਂ ਕਰਦੀ ਹੈ। ਮੈਡੀਕਲ ਸਾਇੰਸ ਦੀ ਇੱਕ ਰਿਸਰਚ ਹੈ
ਕਿਉਂਕਿ ਮੈਡੀਕਲ ਸਾਇੰਸ ਨੇ ਅੱਜ ਕੱਲ੍ਹ ਬਹੁਤ ਕੁਝ ਕੀਤਾ ਹੈ। ਅਸੀਂ ਮੰਨਦੇ ਹਾਂ, ਸਾਨੂੰ ਮੰਨਣਾ ਚਾਹੀਦਾ ਹੈ ਜੋ ਕੁਝ ਉਹਨਾਂ ਨੇ ਕੀਤਾ ਹੈ। ਅਸੀਂ ਉਹ ਤੋਂ ਫਾਇਦਾ ਵੀ ਉਠਾ ਰਹੇ ਹਾਂ, ਅਸੀਂ ਉਹਨੂੰ ਰਿਜੈਕਟ ਨਹੀਂ ਕਰ ਰਹੇ, ਪਰ ਜਿੱਥੇ ਜਾ ਕੇ ਕੁਝ ਨਹੀਂ ਹੋ ਰਿਹਾ ਨਾ, ਅਸੀਂ ਉੱਥੇ ਹੀ ਗੱਲ ਕਰ ਰਹੇ ਹੈਗੇ ਕਿ ਮੈਡੀਕਲ ਸਾਇੰਸ ਰੁਕੀ ਕਿਉਂ, ਇਹ ਕਰੋਨਾ ਦਾ ਇਲਾਜ ਕਿਉਂ ਨਹੀਂ ਹੋ ਰਿਹਾ, ਜਾਂ ਹੋਰ ਇਲਾਜ ਬਿਮਾਰੀਆਂ ਦਾ ਇਲਾਜ ਕਿਉਂ ਨਹੀਂ ਹੋ ਰਿਹਾ, ਇਹ ਅਸੀਂ ਗੱਲ ਕਰ ਰਹੇ ਹਾਂ। ਮੈਡੀਕਲ ਸਾਇੰਸ ਦੀ ਇੱਕ ਆਪਣੀ ਰਿਸਰਚ ਹੈ ਕਿ ਹਿਊਮਨ ਬ੍ਰੇਨ ਜਿਹੜਾ ਹੈ, ਇਹ 4 ਤਰ੍ਹਾਂ ਦੇ ਨਿਊਰੋ ਹਾਰਮੋਨ ਰੈਗੂਲਰਲੀ ਬਣਾਉਂਦਾ ਔਰ ਸਪਲਾਈ ਕਰਦਾ। ਇਹ ਚਾਰੇ ਦੇ ਚਾਰੇ ਨਿਊਰੋ ਹਾਰਮੋਨ ਜਿਹੜੇ ਨੇ ਉਹ ਆਟੋਨੋਮਿਕ ਨਰਵਸ ਸਿਸਟਮ ਨੂੰ ਚਲਾਉਂਦੇ ਆ। ਆਟੋਨੋਮਿਕ ਨਰਵਸ ਸਿਸਟਮ ਸਾਡੇ ਸਰੀਰ ਨੂੰ ਚਲਾਉਂਦਾ। ਇਹ ਮੈਡੀਕਲ ਸਾਇੰਸ ਕਹਿ ਰਹੀ ਹੈ। ਔਰ ਉਹ ਅੱਗੇ ਦੱਸਦੇ ਆ ਕਿ ਇਹ ਕਿਸ ਦੀ ਹੈਲਪ ਕਰਦੇ ਨੇ। ਕਹਿੰਦੇ ਉਹ ਵਿਅਕਤੀ ਜਿਹੜਾ ਸ਼ਾਂਤ ਹੈ, ਜਿਹੜਾ ਖੁਸ਼ ਹੈ, ਜਿਹੜਾ ਨੈਗੇਟਿਵ ਨਹੀਂ ਪੋਜ਼ਿਟਿਵ ਹੈ, ਔਰ ਜਿਹੜਾ ਭਰਮਾਂ ਵਿੱਚ ਨਹੀਂ ਪਿਆ ਹੋਇਆ, ਉਸ ਦੀ ਇਹ ਨਿਊਰੋ ਹਾਰਮੋਨ ਜਿਹੜੇ ਨੇ ਇਹ ਕੁਦਰਤੀ ਤੌਰ ਤੇ ਹੈਲਪ ਕਰਦੇ ਨੇ। ਉਸ ਦਾ ਆਟੋਨੋਮਿਕ ਨਰਵਸ ਸਿਸਟਮ ਉਹ ਚਲਾਉਂਦੇ ਰਹਿੰਦੇ ਆ, ਤਾਂ ਬੰਦਾ ਤੰਦਰੁਸਤ ਰਹਿੰਦਾ ਹੈ। ਅੱਗੇ ਬੜੇ ਅਲਾਰਮਿੰਗ ਗੱਲ ਕਹੀ ਉਹਨਾਂ ਨੇ, ਜਿਹਦਾ ਅਸੀਂ ਧਿਆਨ ਨਹੀਂ ਦੇ ਰਹੇ। ਕਹਿੰਦੇ ਪਰ ਜਿਹੜਾ ਵਿਅਕਤੀ ਉਦਾਸ ਹੈ, ਅਸ਼ਾਂਤ ਹੈ, ਨੈਗੇਟਿਵ ਹੈ, ਔਰ ਜਿਹੜਾ ਵਿਅਕਤੀ ਭਰਮਤ ਹੈ, ਭਰਮਾਂ 'ਚ ਪਿਆ ਹੋਇਆ, ਉਹਦਾ ਇਹ ਨੁਕਸਾਨ ਕਰਦੇ ਨੇ। ਹੁਣ ਗੱਲ ਇਹ ਸਮਝਣ ਵਾਲੀ ਹੈ ਕਿ ਜੇ ਤਾਂ ਨੁਕਸਾਨ ਨਾ ਕਰਦੇ ਹੁੰਦੇ ਤਾਂ ਫਿਰ ਤਾਂ ਕੋਈ ਗੱਲ ਨਹੀਂ ਸੀ, ਪਰ ਜਾਂ ਫਾਇਦਾ ਕਰ ਰਹੇ ਨੇ ਜਾਂ ਨੁਕਸਾਨ ਕਰ ਰਹੇ ਨੇ। ਤਾਂ ਮੈਂ ਇੱਕ ਨੈਸ਼ਨਲ ਸੈਮੀਨਾਰ 'ਚ ਡਾਕਟਰ ਨੂੰ ਪੁੱਛਿਆ ਸੀ ਕਿ ਉੱਥੇ ਮੈਂ ਬੋਲ ਰਿਹਾ ਸੀ ਕਿ ਜਿਹੜਾ ਵਿਅਕਤੀ ਅਸ਼ਾਂਤ ਹੈ ਉਹਨੂੰ ਉਹ ਦਵਾਈ ਸ਼ਾਂਤ ਕਰਦੀ ਹੋਏ, ਇਹ ਦਵਾਈ ਬਣਾਈ ਹੈ ਕਿ ਜਿਹੜਾ ਵਿਅਕਤੀ ਉਦਾਸ ਹੈ ਉਹਨੂੰ ਖੁਸ਼ ਰੱਖਦੀ ਹੋਏ, ਇਹ ਦਵਾਈ ਬਣਾਈ ਹੈ ਕਿ ਜਿਹੜਾ ਵਿਅਕਤੀ ਨੈਗੇਟਿਵ ਹੈ ਉਹਨੂੰ ਪੋਜ਼ਿਟਿਵ ਕਰਦੀ ਹੋਏ, ਇਹ ਦਵਾਈ ਬਣਾਈ ਹੈ ਕਿ ਜਿਹੜਾ ਵਿਅਕਤੀ ਭਰਮਤ ਉਹਨੂੰ ਭਰਮਾਂ 'ਚੋਂ ਕੱਢਦੀ ਹੋਏ। ਤੇ ਜਵਾਬ ਨਾ ਵਿੱਚ ਸੀ। ਤੇ ਮੈਂ ਉੱਥੇ ਇੱਕ ਗੱਲ ਕਹੀ ਸੀ ਕਿ ਇਸੇ ਕਰਕੇ ਬਿਮਾਰੀਆਂ ਲਾ ਇਲਾਜ ਬਿਮਾਰੀਆਂ ਬਣ ਰਹੀਆਂ ਨੇ, ਕਿਉਂਕਿ ਇਹ ਕੁਦਰਤ ਦੀ ਗੱਲ ਹੈ। ਇਹ ਜਿਹੜੀ ਗੱਲ ਹੈ ਇਹ ਸਪਿਰਿਚੁਅਲ ਸਾਇੰਸ ਦੀ ਗੱਲ ਹੈ। ਮੈਡੀਕਲ ਸਾਇੰਸ ਨੇ ਖੋਜ ਤਾਂ ਕਰ ਲਈ ਪਰ ਇਲਾਜ ਨਹੀਂ ਲੱਭ ਸਕੇ। ਇਸ ਕਰਕੇ ਸਾਡਾ ਅਸੀਂ ਸਿਸਟਮ ਦੇ ਵਿੱਚ ਜਿਸ 'ਚ ਰਹਿ ਰਹੇ ਹਾਂ ਉਹਦੇ 'ਚ ਅਸੀਂ ਖਮਾਨੋ ਸਾਹਿਬ ਅਸ਼ਾਂਤ ਵੀ ਰਹਿੰਦੇ ਹਾਂ, ਬਿਲਕੁਲ ਉਦਾਸ ਵੀ ਰਹਿੰਦੇ ਹਾਂ, ਔਰ ਧੈਂਦੀ ਕਲਾ 'ਚ ਵੀ ਰਹਿੰਦੇ ਹਾਂ, ਔਰ ਭਰਮਾਂ ਵਿੱਚ ਹੀ ਰਹਿੰਦੇ ਹਾਂ। ਇਹ ਤਾਂ ਅੱਜ ਦਾ ਕਲਯੁੱਗ ਦਾ ਸਿਸਟਮ ਹੈਗਾ। ਔਰ ਇਹਦੇ ਵਿੱਚ ਇਸ ਕਰਕੇ ਸਾਰੀ ਦੁਨੀਆ ਬਿਮਾਰ ਹੈ। ਜਿਹਨੇ ਕੋਈ ਇਹ ਨਹੀਂ ਹੈ ਕਿ ਨਹੀਂ ਬਿਮਾਰ, ਸਾਰੇ ਬਿਮਾਰ ਨੇ। ਪਰ ਜਿਹੜਾ ਵੀ ਵਿਅਕਤੀ ਉਹ ਗੁਰੂ ਨਾਨਕ ਦੇਵ ਜੀ ਦੀ ਗੱਲ ਸੁਣਦਾ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਰੋਜ਼ ਅਸੀਂ ਸਿੱਖ ਗੁਰਦੁਆਰੇ ਸਾਹਿਬ ਵਿੱਚ ਆਪਣਾ ਪਾਠ ਕਰਕੇ ਅਰਦਾਸ ਕਰਕੇ ਨਾ ਪੋਜ਼ਿਟਿਵ ਹੁੰਦਾ। ਪੋਜ਼ਿਟਿਵ ਹੋ ਗਿਆ ਨਾ ਜਿਹੜਾ, ਉਹਦੇ ਕੋਲ ਇਮਿਊਨਿਟੀ ਆ ਗਈ। ਇਮਿਊਨਿਟੀ ਆ ਗਈ ਨਾ, ਕੋਈ ਬਿਮਾਰੀ ਨਹੀਂ ਰਹਿੰਦੀ। ਅੱਜ ਵੀ ਸਾਰੀ ਮੈਡੀਕਲ ਸਾਇੰਸ ਇਹ ਮੰਨ ਰਹੀ ਹੈ ਕਿ ਜੇ ਇਮਿਊਨਿਟੀ ਜਿਹਦੇ ਕੋਲ ਹੈ ਉਹ ਕਰੋਨਾ ਦੇ ਪੋਜ਼ਿਟਿਵ ਮਰੀਜ਼ ਠੀਕ ਹੋ ਰਹੇ ਨੇ। ਜਿਹਦੇ ਕੋਲ ਇਮਿਊਨਿਟੀ ਨਹੀਂ ਹੈ ਉਹਨਾਂ ਦਾ ਨੁਕਸਾਨ ਹੋ ਰਿਹਾ। ਇਮਿਊਨਿਟੀ ਕਿੱਥੋਂ ਆਏ? ਹੁਣ ਇਹ ਹੈ, ਸਾਨੂੰ ਗੁਰੂ ਜੀ ਕਹਿ ਰਹੇ ਹੈ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਹੁਣ ਸਾਨੂੰ ਇਹ ਬਾਣੀ ਸੁਣਨੀ ਪੈਣੀ ਹੈ। ਜੇ ਅਸੀਂ ਇਹ ਬਾਣੀ ਕੀ ਹੈ? ਇਹ 5 ਬਾਣੀਆਂ ਖਮਾਨੋ ਸਾਹਿਬ ਸਾਨੂੰ ਗੁਰੂ ਗੋਬਿੰਦ ਸਿੰਘ ਦਿੱਤੀਆਂ ਨੇ। ਇਹ ਤੁਸੀਂ ਵੀ ਪੜ੍ਹਦੇ ਹੋ, ਤੁਹਾਨੂੰ ਪਤਾ ਹੈਗਾ। ਔਰ ਇਹ ਬਾਣੀਆਂ ਪੜ੍ਹਨ ਦਾ ਸਮਾਂ ਸਵੇਰੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ 2 ਵਜੇ ਤੋਂ ਲੈ ਕੇ 5 ਵਜੇ ਤੱਕ, 2 ਵਜੇ ਸ਼ੁਰੂ ਕਰਕੇ 5 ਵਜੇ ਤੱਕ ਦਿੱਤਾ ਹੈਗਾ। ਪਰ ਇਹ ਸਾਡੀ ਸਿੱਖ ਸੰਗਤ ਕੋਲ ਇਹ ਗੱਲ ਨਹੀਂ ਪਹੁੰਚੀ ਕਿ ਅੰਮ੍ਰਿਤ ਵੇਲਾ ਦਾ ਸਹੀ ਸਮਾਂ ਕਿਹੜਾ। ਸਿੱਖ ਸੰਗਤ ਅੱਜ ਤੱਕ 4 ਵਜੇ ਨੂੰ ਅੰਮ੍ਰਿਤ ਵੇਲਾ ਸਮਝ ਰਹੀ ਹੈ। ਪਰ ਅੰਮ੍ਰਿਤ ਵੇਲਾ ਜਿਹੜਾ ਹੈ ਉਹ ਗਰਮੀਆਂ 'ਚ 2 ਤੋਂ 5, ਸਰਦੀਆਂ 'ਚ 2:30 ਤੋਂ 5:30। ਇਹ ਸਾਰਿਆਂ ਨੂੰ ਸੋਚ ਕੇ ਫਿਰ ਇਸ ਵੇਲੇ ਉੱਠਣਾ। ਕੀ ਉੱਠਣਾ? ਇਸ ਵੇਲੇ ਉੱਠ ਕੇ ਘੱਟੋ ਘੱਟ 45 ਮਿੰਟ ਵਾਹਿਗੁਰੂ ਦਾ ਸਿਮਰਨ ਕਰਨਾ। ਹੱਥ ਜੋੜ ਕੇ, ਰੀੜ੍ਹ ਦੀ ਹੱਡੀ ਸਿੱਧੀ ਰੱਖ ਕੇ, ਨੇਤਰ ਬੰਦ ਕਰਕੇ
ਉਸ ਤੋਂ ਬਾਅਦ 5 ਬਾਣੀਆਂ ਦਾ ਜਾਪ ਕਰਨਾ ਹੈ, ਬੋਲ ਕੇ ਸੁਣਨਾ ਹੈ। ਹੁਣ ਗੁਰੂ ਜੀ ਕਹਿ ਰਹੇ ਸੁਣਨਾ ਹੈ, ਸੁਣ ਕੇ ਫਿਰ ਅਰਦਾਸ ਕਰਨੀ ਹੈ। ਉਸ ਤੋਂ ਬਾਅਦ ਫਿਰ ਗੁਰਦੁਆਰਾ ਸਾਹਿਬ ਜਾਣਾ ਹੈ। ਗੁਰਦੁਆਰਾ ਸਾਹਿਬ ਜਾ ਕੇ ਜੋ ਪ੍ਰੋਗਰਾਮ ਚੱਲ ਰਿਹਾ, ਉੱਥੇ ਵੀ ਬਾਣੀ ਚੱਲ ਰਹੀ, ਸਾਰਾ ਕੁਝ ਚੱਲ ਰਿਹਾ, ਉਸ ਨੂੰ ਫਿਰ ਸੁਣਨਾ ਹੈ। ਅੱਜ ਕੀ ਹੈ, ਗੁਰਦੁਆਰਾ ਸਾਹਿਬ ਲੋਕ ਜਾਂਦੇ ਬਹੁਤ ਘੱਟ ਨੇ ਤੇ ਸੁਣਦੇ ਵੀ ਨਹੀਂ, ਬੈਠਦੇ ਵੀ ਨਹੀਂ, ਆ ਮੱਥਾ ਟੇਕ ਕੇ ਆ ਜਾਂਦੇ ਨੇ। ਬਾਣੀ ਗੁਰੂ ਜੀ ਕਹਿ ਰਹੇ ਬਾਣੀ ਸੁਣੋ। ਗੁਰੂ ਨਾਨਕ ਦੇਵ ਨੇ 4 ਪੌੜੀਆਂ ਮੈਂ ਦੱਸ ਕੇ ਹਟਿਆ ਨਾ, ਉਹਨਾਂ ਨੇ 4 ਪੌੜੀਆਂ ਸੁਣ ਤੇ ਦਿੱਤੀਆਂ ਨੇ। ਜਪਜੀ ਸਾਹਿਬ ਸਾਰੇ ਆਪਾਂ ਪੜ੍ਹਦੇ ਹਾਂ, ਪਰ ਅਸੀਂ ਬਾਣੀ ਸੁਣਦੇ ਨਹੀਂ। ਜੋ ਤੁਸੀਂ ਆਪ ਵੀ ਪੜ੍ਹਦੇ ਆ, ਸੁਣਦੇ ਨਹੀਂ। ਸੁਣਨ ਨਾਲ ਇਲਾਜ ਹੋਣਾ। ਜਿਵੇਂ ਡਾਕਟਰ ਕੋਲ ਦਵਾਈ ਲਿਆਂਦੀ ਤੇ ਦਵਾਈ ਖਾਣ ਨਾਲ ਇਲਾਜ ਹੁੰਦਾ, ਤੇ ਇੱਥੇ ਬਾਣੀ ਸੁਣਨ ਨਾਲ ਇਲਾਜ ਹੁੰਦਾ। ਇਹ ਨਹੀਂ ਹੋ ਰਿਹਾ। ਇਹ ਜੇ ਹੋਵੇਗਾ, ਅੱਗੇ ਕੀਰਤਨ ਹੈ। ਕੀਰਤਨ ਜਿਹੜਾ ਹੈ ਨਾ, ਕਲਯੁਗ ਮੇਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਕਲਯੁਗ ਵਿੱਚ ਕੀਰਤਨ ਦੀ ਪ੍ਰਧਾਨ, ਉਹ ਦਵਾਈ ਪੂਰੀ ਤਰ੍ਹਾਂ ਖਾ ਨਹੀਂ ਹੋਈ, ਪ੍ਰੋਸੈਸ ਪੂਰਾ ਨਹੀਂ ਹੋਇਆ। ਕੀਰਤਨ ਵੀ ਸੁਣਨਾ ਹੈ, ਕਥਾ ਵੀ ਸੁਣਨੀ ਹੈ, ਕੜਾਹ ਪ੍ਰਸ਼ਾਦ ਜਿਹੜਾ ਹੈ ਉਹ ਛਕਣਾ ਹੈ। ਕੜਾਹ ਪ੍ਰਸ਼ਾਦ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਬਖਸ਼ਿਸ਼ ਕੀਤਾ ਹੈ ਨਾ, ਇਹ ਇੱਕ ਐਸੀ ਮੈਡੀਸਨ ਹੈ ਜਿਹਦੇ ਵਿੱਚ ਸਾਰੇ ਹੀ ਤਕਰੀਬਨ ਮਿਨਰਲ ਨੇ, ਸਾਰੇ ਹੀ ਵਿਟਾਮਿਨ ਨੇ। ਇਹ ਐਂਟੀਸੈਪਟਿਕ ਹੈ ਤੇ ਐਂਟੀਬਾਇਓਟਿਕ ਹੈ। ਇਹ ਜਿਹੜਾ ਹੈ, ਕਿਉਂਕਿ ਇਹਦੇ ਵਿੱਚ ਦੇਸੀ ਘਿਓ ਹੈ। ਦੇਸੀ ਘਿਓ ਦੇ ਵਿੱਚ ਇਹ ਗੁਣ ਨੇ, ਉਹਦੇ ਵਿੱਚ ਆ ਜਾਂਦੇ ਨੇ। ਜਿਹੜਾ ਕਣਕ ਦਾ ਆਟਾ ਇਹਦੇ ਵਿੱਚ, ਉਹ ਦੁਨੀਆ ਦੀ ਸਭ ਤੋਂ ਚੰਗਾ ਅਨਾਜ ਹੈ। ਔਰ ਇਹ ਜਦੋਂ ਮਿਲ ਕੇ ਕੜਾਹ ਪ੍ਰਸ਼ਾਦ ਬਣਦਾ ਨਾ, ਇਹਦੇ ਵਿੱਚ ਇੱਕ ਬਖਸ਼ਿਸ਼ ਆ ਜਾਂਦੀ ਹੈ, ਇਲਾਹੀ ਬਖਸ਼ਿਸ਼, ਜਿਹੜੀ ਠੀਕ ਕਰਦੀ ਹੈ ਸਾਨੂੰ ਬਖਸ਼ਿਸ਼ ਰਾਹੀਂ ਅਸੀਂ ਠੀਕ ਹੁੰਦੇ ਹਾਂ। ਪਰ ਦੂਸਰੇ ਪਾਸੇ ਜਿਹੜੀ ਉਹ ਕੜਾਹ ਪ੍ਰਸ਼ਾਦ ਹੈ, ਜਿਹਦੇ ਨਾਲ ਮੈਂ ਤੁਹਾਨੂੰ ਦੱਸਾਂਗਾ ਅੱਗੇ ਜਾ ਕੇ, ਇੱਕ ਵਿਅਕਤੀ ਠੀਕ ਹੋਇਆ ਹੈ ਇਹ ਕਰਕੇ, ਕਿ ਜਿਹੜਾ ਕੜਾਹ ਪ੍ਰਸ਼ਾਦ ਹੈ ਉਹਦੇ ਵਿੱਚ ਲੁਬਰੀਕੇਸ਼ਨ ਹੈ। ਕੀ ਹੈ? ਹਰ ਮਸ਼ੀਨ ਦੀ ਲੁਬਰੀਕੇਸ਼ਨ ਚਾਹੀਦੀ ਹੈ। ਇਹ ਸਾਡਾ ਜਿਹੜਾ ਸਰੀਰ ਹੈ ਨਾ, ਇਹ ਆਟੋਮੈਟਿਕ ਮਸ਼ੀਨ ਹੈਗੀ ਹੈ। ਇਹਦੀ ਲੁਬਰੀਕੇਸ਼ਨ ਵਾਸਤੇ ਰੋਜ਼ ਕੜਾਹ ਪ੍ਰਸ਼ਾਦ ਛਕਣ ਨਾਲ ਗਲੇ ਤੋਂ ਲੈ ਕੇ ਹੇਠਾਂ ਤੱਕ ਸਾਰੇ ਸਰੀਰ ਦੀ ਲੁਬਰੀਕੇਸ਼ਨ ਹੋ ਜਾਂਦੀ ਹੈ। ਉਸ ਦਿਨ ਕਦੇ ਵੀ ਗੋਡੇ ਦਰਦ ਨਹੀਂ ਕਰਦੇ, ਜੋੜ ਦਰਦ ਨਹੀਂ ਕਰਦੇ, ਕੁਛ ਨਹੀਂ ਹੁੰਦਾ। ਪਰ ਅੱਜ ਤੱਕ ਘਿਓ ਵੀ ਰੋਕਿਆ ਜਾ ਰਿਹਾ, ਕੜਾਹ ਪ੍ਰਸ਼ਾਦ ਵੀ ਰੋਕਿਆ ਜਾ ਰਿਹਾ। ਫਿਰ ਇਹਦੇ ਵਿੱਚ ਇਹ ਐਨਰਜੈਟਿਕ ਹੈ ਸਭ ਤੋਂ ਜ਼ਿਆਦਾ। ਜੇ ਕੋਈ ਖੁਰਾਕ ਹੈ, ਮੈਂ ਇਹ ਕਹਿ ਰਿਹਾ ਕਿ ਮੈਂ ਅੱਜ ਤੱਕ ਕੋਈ ਮਲਟੀਵਿਟਾਮਿਨ ਨਹੀਂ ਲਏ, ਮੈਂ ਅੱਜ ਤੱਕ ਕੋਈ ਦਵਾਈ ਨਹੀਂ ਲਈ। ਮੇਰੀ ਉਮਰ 72 ਸਾਲ ਹੋ ਗਈ ਹੈ ਤੇ ਮੈਂ ਇਹ ਗੁਰੂ ਜੀ ਦੀ ਦਵਾਈ ਛੋਟੇ ਹੁੰਦਿਆਂ ਤੋਂ ਖਾ ਰਿਹਾ, ਤੇ ਮੈਂ ਸਭ ਨੂੰ ਦੱਸ ਰਿਹਾ। ਅੱਜ ਵੀ 2 ਘੰਟੇ, ਘੰਟਾ ਸਵੇਰੇ ਘੰਟਾ ਸ਼ਾਮ, ਮੈਂ ਆਪ ਵਰਜਿਸ਼ ਕਰ ਰਿਹਾ, ਮੈਨੂੰ ਲੋਕ ਦੇਖ ਰਹੇ ਨੇ। ਔਰ ਅੱਜ ਵੀ ਨੌਜਵਾਨ ਇਸ ਬਜ਼ੁਰਗ ਨਾਲ ਐਕਸਰਸਾਈਜ਼ ਨਹੀਂ ਕਰ ਸਕਦੇ, ਕਿਉਂਕਿ ਮੈਂ ਇਹ ਦਵਾਈ ਖਾ ਰਿਹਾ, ਮੈਂ ਕੜਾਹ ਪ੍ਰਸ਼ਾਦ ਖਾ ਰਿਹਾ, ਔਰ ਮੇਰੇ ਕੋਲ ਉਹ ਸਾਰੀ એનર્ਜੀ ਹੈ। ਤੁਸੀਂ ਮੇਰੇ ਕਦੀ ਪਿੱਛੇ ਜੇ ਮੈਂ ਟੈਸਟ ਕਰਾਏ ਨੇ, ਮੇਰੇ ਸਾਰੇ ਟੈਸਟ ਠੀਕ ਨੇ। ਇਹ ਮੇਰੀ ਆਪਣੀ ਮਿਸਾਲ ਹੈ, ਮੈਂ ਆਪਣੇ ਉੱਤੇ ਇਸ ਨੂੰ ਅਪਲਾਈ ਕਰਕੇ ਦੱਸ ਰਿਹਾ ਵਾਂ, ਔਰ ਇਹ ਕਿਵੇਂ ਠੀਕ ਕਰਦੀ ਹੈ। ਪਰ ਸਾਨੂੰ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ। ਇਹ ਗੁਰੂ ਨਾਨਕ ਦੇਵ ਜੀ ਨੇ ਸਾਨੂੰ 500 ਸਾਲ ਪਹਿਲਾਂ ਇਹ ਦਵਾਈ ਦਿੱਤੀ। ਸਾਰੇ ਗੁਰੂ ਸਾਹਿਬਾਨ ਨੇ ਅੱਗੇ ਜਾ ਕੇ ਇਸ ਤੇ ਪਹਿਰਾ ਦਿੱਤਾ। ਸਾਰੇ ਗੁਰੂ ਸਾਹਿਬਾਨ ਅੰਮ੍ਰਿਤ ਵੇਲੇ ਉੱਠਦੇ ਰਹੇ ਨੇ, ਸਾਰੇ ਗੁਰੂ ਸਾਹਿਬਾਨ ਇਸ ਤਰ੍ਹਾਂ ਹੀ ਸਿਮਰਨ ਕਰਦੇ ਰਹੇ ਨੇ, ਬਾਣੀਆਂ ਪੜ੍ਹਦੇ ਰਹੇ ਨੇ। ਹੁਣ ਦੀ ਗੱਲ ਹੈ, ਦਿੱਲੀ ਦਾ ਇੱਕ ਰੋਹਤ ਨਾਮ ਦਾ ਵਿਅਕਤੀ ਹੈ, ਜਿਹੜੀ ਇੱਕ ਵੀਡੀਓ ਆ ਗਈ ਹੈ, ਤੁਸੀਂ ਵੀਡੀਓ ਵੀ ਦੇਖ ਲੈਣਾ, ਤੇ ਲੋੜ ਪਏ ਤੇ ਆਪਣੇ ਟੀਵੀ ਤੇ ਚਲਾ ਦੇਣੀ। ਰੋਹਤ ਨਾਮ ਦਾ ਇੱਕ ਵਿਅਕਤੀ ਹੈ, ਜਿਹੜਾ ਕਿ ਦਿੱਲੀ ਦਾ ਪਹਿਲਾ ਕਰੋਨਾ ਦਾ ਪੋਜ਼ਿਟਿਵ ਮਰੀਜ਼ ਹੈ। ਉਹ ਆਪ ਦੱਸ ਰਿਹਾ, ਪਰ ਜਦੋਂ ਉਹ ਬਿਮਾਰ ਹੋ ਗਿਆ, ਇਲਾਜ ਲਈ ਚਲਾ ਗਿਆ, ਤਾਂ ਉਹ ਘਬਰਾ ਗਿਆ। ਉਹ ਆਪ ਦੱਸਦਾ। ਉਸ ਦਾ ਇੱਕ ਦੋਸਤ ਹੈ, ਰਿਟਾਇਰ ਬ੍ਰਿਗੇਡੀਅਰ ਕੈਨੇਡਾ ਵਿੱਚ, ਉਸਨੇ ਉਹਦੇ ਨਾਲ ਗੱਲ ਕੀਤੀ। ਉਹ ਕਹਿੰਦਾ ਤੂੰ ਰੋਹਤ ਘਬਰਾ ਨਾ, ਇਹਦਾ ਇਲਾਜ ਹੈਗਾ। ਉਹ ਕਹਿੰਦਾ ਇਹ ਤਾਂ ਕਹਿੰਦੇ ਇਹਦਾ ਇਲਾਜ ਹੀ ਨਹੀਂ। ਕਹਿੰਦਾ ਹੈਗਾ, ਮੈਂ ਤੈਨੂੰ ਦੱਸਦਾ, ਮੈਂ ਤੇਰਾ ਪ੍ਰਬੰਧ ਕਰਦਾ। ਉਹਨੇ ਉੱਥੋਂ ਪ੍ਰਬੰਧ ਕਰਕੇ ਦਿੱਲੀ ਵਿੱਚੋਂ ਆਪਣੇ ਕਿਸੇ ਸਹਿਯੋਗੀ ਨੂੰ ਭੇਜਿਆ, ਕੜਾਹ ਪ੍ਰਸ਼ਾਦ ਦੇ ਕੇ ਬੰਗਲਾ ਸਾਹਿਬ ਤੋਂ, ਅੰਮ੍ਰਿਤ ਜਲ ਦੇ ਕੇ ਬੰਗਲਾ ਸਾਹਿਬ ਤੋਂ ਭੇਜਿਆ, ਔਰ ਨਾਲ ਉਹਨੂੰ ਕਿਹਾ ਤੂੰ ਬਾਣੀ ਸੁਣਨੀ ਹੈ, ਸਿਮਰਨ ਕਰਨਾ ਹੈ। ਤੇ ਉਹਨਾਂ ਨੂੰ ਭੇਜਦੇ ਰਹੇ ਬਾਣੀ ਵੀ, ਸਭ ਕੁਝ ਉਹ ਆਪ ਦੱਸਦਾ ਪਿਆ। ਔਰ ਕਹਿੰਦਾ ਮੈਂ ਜਦੋਂ ਇਹ ਬਾਣੀ ਸੁਣਨੀ ਸ਼ੁਰੂ ਕੀਤੀ
ਮੈਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕੀਤਾ ਔਰ ਉਸ ਤੋਂ ਬਾਅਦ ਮੈਂ ਕੜਾਹ ਪ੍ਰਸ਼ਾਦ ਛਕਦਾ ਰਿਹਾ ਤੇ ਮੈਂ ਠੀਕ ਹੋਇਆ, ਮੈਂ ਠੀਕ ਹੋ ਕੇ ਆ ਗਿਆ। ਇਹ ਹੁਣ ਦੀ ਮਿਸਾਲ ਹੈ। ਇਸ ਤੋਂ ਇਲਾਵਾ ਅਸੀਂ ਪਹਿਲਾਂ ਵੀ ਕਈ ਵਾਰੀ ਅਖਬਾਰਾਂ 'ਚ, ਕਈ ਵਾਰੀ ਹੋਰ ਟੀਵੀ ਚੈਨਲ ਤੇ ਵੀ ਕਹਿ ਚੁੱਕੇ ਹਾਂ। ਉਹ ਗੱਲ ਬਹੁਤ ਅੱਗੇ ਤੱਕ ਚਲੀ ਗਈ ਹੈ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਹਨੂੰ ਅਪਣਾ ਲਿਆ ਔਰ ਠੀਕ ਹੋ ਰਹੇ ਨੇ। ਸਾਨੂੰ ਮੈਸੇਜ ਆਉਂਦੇ ਰਹਿੰਦੇ ਨੇ ਕਿ ਤੁਸੀਂ ਸਾਨੂੰ ਬੜੀ ਚੰਗੀ ਗੱਲ ਦੱਸੀ ਹੈ। ਮੈਂ ਹੁਣ ਵੀ ਤੁਹਾਡੇ ਇਸ ਟੀਵੀ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਕਰ ਰਹੇ, ਇਕੱਲੇ ਸਿੱਖਾਂ ਨੂੰ ਨਹੀਂ, ਸਭ ਨੂੰ, ਕਿ ਤੁਸੀਂ ਸਵੇਰੇ ਅੰਮ੍ਰਿਤ ਵੇਲਾ ਸੰਭਾਲੋ, 45 ਮਿੰਟ ਸਿਮਰਨ ਕਰੋ, 5 ਬਾਣੀਆਂ ਦਾ ਜਾਪ ਕਰੋ, ਗੁਰਦੁਆਰਾ ਸਾਹਿਬ ਜਾਓ, ਸੰਗਤ ਕਰੋ। ਗੁਰ ਸੰਗਤ ਤੋਂ ਬਿਨਾਂ ਕੋਈ ਗੱਲ ਨਹੀਂ ਹੈਗੀ। ਤੁਸੀਂ ਅੰਮ੍ਰਿਤ ਵੇਲੇ ਨਾ 7 ਗੁਣਾ ਫਾਇਦਾ ਹੁੰਦਾ ਹੈ। ਜੇ 3 ਘੰਟੇ ਅਸੀਂ ਜਾਪ ਕਰਦੇ ਹਾਂ ਨਾ, 21 ਘੰਟੇ ਤੱਕ ਸਾਡਾ ਸਰੀਰ ਰੀਚਾਰਜ ਹੋ ਜਾਂਦਾ ਹੈ। ਸਾਨੂੰ ਲੋਕ ਪੁੱਛਦੇ ਤੁਸੀਂ ਥੱਕਦੇ ਕਿਉਂ ਨਹੀਂ? ਕਿਉਂਕਿ ਅਸੀਂ ਰੀਚਾਰਜ ਪਹਿਲਾਂ ਹੀ ਹੋ ਜਾਂਦੇ, ਲੋਕਾਂ ਨੂੰ ਦੱਸਦੇ ਹਾਂ ਅਸੀਂ। ਇਹੀ ਮੈਂ ਹੁਣ ਦੱਸਣਾ ਚਾਹੁੰਦਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ 500 ਸਾਲ ਪਹਿਲਾਂ ਸਾਰੀਆਂ ਮਹਾਂਮਾਰੀਆਂ ਜਿਹੜੀਆਂ ਨੇ ਉਹਨਾਂ ਦਾ ਇਲਾਜ ਦੱਸ ਦਿੱਤਾ, ਜਿਹੜਾ ਮੈਂ ਹੁਣ ਤੁਹਾਡੇ ਨਾਲ ਡਿਸਕਸ ਕਰਕੇ ਹਟਿਆ ਵਾਂ। ਔਰ ਮੈਂ ਇਹ ਦਾਅਵਾ ਕਰ ਰਿਹਾ ਕਿ ਅੱਜ ਵੀ ਜਿੰਨੇ ਵੀ ਕਰੋਨਾ ਦੇ ਮਰੀਜ਼ ਜਿੱਥੇ ਵੀ ਇਲਾਜ ਕਰਵਾ ਰਹੇ ਨੇ, ਉਹਨਾਂ ਨੂੰ ਹੈਲਥ ਸਿਸਟਮ ਜਿਹੜਾ ਸਾਡਾ, ਸਰਕਾਰ ਜਿਹੜੀ ਹੈ, ਉਹ ਉਹਨਾਂ ਨੂੰ ਇਹ ਅੰਮ੍ਰਿਤ ਵੇਲੇ ਦੀ ਸਾਰੀ ਗੱਲ ਕਰਵਾਉਣ। ਉਹ ਜੇ ਠੀਕ ਨਾ ਹੋਣ, ਮੇਰਾ ਨਾਮ ਵਟਾ ਦਿਓ। ਮੈਂ ਇਹ ਕਹਿ ਰਿਹਾ, ਇਹ ਕਿੱਡੀ ਵੱਡੀ ਗੱਲ ਹੈ। ਮੈਨੂੰ ਕੁਝ ਹੋਰ ਕਹਿਣਾ ਹੋਏ ਕਹਿ ਦਿਓ ਕਿ ਤੂੰ ਝੂਠ ਬੋਲਦਾ ਹੈ। ਇਹ ਝੂਠ ਹੈ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਝੂਠ ਬੋਲਦੇ ਹੀ ਨਹੀਂ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਹੁਤ ਦੂਰ ਚਲੇ ਗਏ, ਬਾਣੀ ਤੋਂ ਬਹੁਤ ਦੂਰ ਚੱਲ ਗਏ। ਮੈਂ ਹੁਣ ਵੀ ਕਹਿ ਰਿਹਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ, ਤੁਹਾਡੇ ਇਸ ਟੀਵੀ ਰਾਹੀਂ, ਕਿ ਤੁਸੀਂ ਮੁੱਖ ਮੰਤਰੀ ਜੀ ਇਹ ਸਾਡੀ ਗੱਲ ਸੁਣ ਕੇ ਲਾਗੂ ਕਰਵਾਓ। ਜੇ ਠੀਕ ਹੋ ਜਾਣ ਤੇ ਖਰਚਾ ਤਾਂ ਕੋਈ ਆ ਹੀ ਨਹੀਂ ਰਿਹਾ। ਇਹ ਬਾਣੀਆਂ ਪੜਾਉਣ ਤੇ ਨਾਲ ਦੇ ਗੁਰਦੁਆਰਾ ਸਾਹਿਬ ਨੂੰ ਬੇਨਤੀ ਕਰਨ ਕਿ ਤੁਸੀਂ ਕੜਾਹ ਪ੍ਰਸ਼ਾਦ ਦੇ ਦਿਆ ਕਰੋ। ਇਹ ਕੜਾਹ ਪ੍ਰਸ਼ਾਦ ਜਦੋਂ ਬਣਦਾ ਨਾ, ਬੜੀ ਪਵਿੱਤਰਤਾ ਨਾਲ ਬਣਦਾ ਹੈ। ਇੱਥੇ ਕੋਈ ਉਹ ਗੱਲ ਨਹੀਂ ਹੈ ਟੱਚ ਕਰਨ ਵਾਲੀ, ਜੇ ਵਾਲੀ, ਉਹ ਵਾਲੀ। ਇਹ ਬਣਦਾ ਹੀ ਇਸ ਤਰ੍ਹਾਂ। ਇਹਦਾ ਤਰੀਕਾ ਹੀ ਬਹੁਤ ਵਧੀਆ ਹੈ। ਬਾਣੀ ਪੜ੍ਹ ਕੇ ਬਣਦਾ, ਬਰਤਨ ਸਾਫ਼ ਨੇ, ਹੱਥ ਲੱਗਦਾ ਹੀ ਨਹੀਂ। ਇਸ ਤਰ੍ਹਾਂ ਉਹ ਬਣਦਾ। ਕੜਾਹ ਪ੍ਰਸ਼ਾਦ ਗੁਰਦੁਆਰਾ ਸਾਹਿਬ ਵਾਲੇ ਭੇਜ ਦੇਣਗੇ। ਬਾਣੀ ਤੁਸੀਂ ਸੁਣਾ ਦਿਓ, ਟੀਵੀ ਤੋਂ ਸੁਣਾ ਦਿਓ, ਕੰਪਿਊਟਰ ਤੋਂ ਸੁਣਾ ਦਿਓ। ਸਾਰਾ ਸਵੇਰੇ ਲਾਈਵ ਪ੍ਰੋਗਰਾਮ ਚੱਲਦੇ ਹੁੰਦੇ ਨੇ। ਉਹ ਸਵੇਰੇ 5 ਬਾਣੀਆਂ ਵੀ ਆਉਂਦੀਆਂ ਨੇ, ਸਿਮਰਨ ਵੀ ਆਉਂਦਾ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਸਾ ਦੀ ਵਾਰ ਵੀ ਆਉਂਦੀ ਹੈ, ਫਿਰ ਕੀਰਤਨ ਆਉਂਦਾ ਹੈ। ਇਹ ਸੁਣਾਓ ਨਾ, ਇਹ ਨਾ ਕਹੋ ਕਿ ਸਿੱਖਾਂ ਦੀ ਗੱਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਾਰੀ ਦੁਨੀਆ ਦਾ ਗੁਰੂ ਹੈ। ਇਹ ਇਸ ਕਰਕੇ ਗੁਰਬਾਣੀ ਪੜ੍ਹੋ ਤੇ ਆਪਣਾ ਇਲਾਜ ਕਰੋ। ਹਿੰਦੁਸਤਾਨ ਪਹਿਲੇ ਨੰਬਰ ਤੇ ਸਭ ਤੋਂ ਪਹਿਲਾਂ ਠੀਕ ਹੋ ਜਾਏਗਾ ਜੇ ਹਿੰਦੁਸਤਾਨ ਦੀ ਗਵਰਨਮੈਂਟ, ਪੰਜਾਬ ਦੀ ਗਵਰਨਮੈਂਟ ਜਾਂ ਸੂਬਿਆਂ ਦੀ ਗਵਰਨਮੈਂਟ ਜਾਂ ਹੈਲਥ ਸਿਸਟਮ ਜਿਹੜਾ ਸਾਡਾ, ਇਹ ਗੁਰੂ ਨਾਨਕ ਦੇਵ ਜੀ ਬਾਰੇ स्पिरिचुअल साइंस की जी सर्व रोग का औखद नाम वाली दवाई है, ये छक लन। मैं बिल्कुल दिलों कह रहा कि सारी दुनिया ठीक हो जाएगी। ये गल हिंदुस्तान तो बाद च बाकी दुनिया ते भी जा सकती है। ये मैं इस करके फिर एक बार अपील करदा कि जे भाई गवर्नमेंट नहीं मानती, हैल्थ सिस्टम नहीं मानता, तुसीं भाई आप सारे जने सवेरे 2 बजे तो पहला उठ जाओ और बैठ जाओ, 5 बजे तक कर लो, गुरुद्वारा साहब जाओ, कड़ाह प्रसाद छको, तुसीं ठीक हो जाओगे, सुखी हो जाओगे। नानक नाम चढ़दी कला तेरे भाणे सरबत दा भला। वाहिगुरु जी का खालसा, वाहिगुरु जी की फतेह। ਇਹ ਸਨ ਡਾਕਟਰ ਸੁਖਬੀਰ ਸਿੰਘ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿੱਦਾਂ 5 ਬਾਣੀਆਂ ਦਾ ਪਾਠ ਕਰਕੇ, ਸੁਣ ਕੇ, ਕੜਾਹ ਪ੍ਰਸ਼ਾਦ ਛਕ ਕੇ, ਨਾਮ ਜਪ ਕੇ ਕਰੋਨਾ ਵਰਗੀਆਂ ਮਹਾਮਾਰੀਆਂ ਉੱਤੇ ਵੀ ਕਾਬੂ ਪਾਇਆ ਜਾ ਸਕਦਾ ਹੈ। ਤੇ ਇਹਨਾਂ ਨੇ ਉਦਾਹਰਨ ਵੀ ਪੇਸ਼ ਕੀਤੀ ਹੈ ਕਿ ਰੋਹਤ ਨਾਂ ਦਾ ਇੱਕ ਵਿਅਕਤੀ ਜੋ ਦਿੱਲੀ ਦਾ ਪਹਿਲਾ ਕਰੋਨਾ ਪੋਜ਼ਿਟਿਵ ਸੀ, ਉਹਨੇ ਆਪਣੇ ਕਿਸੇ ਯਾਰ ਦੋਸਤ ਰਾਹੀਂ ਬਾਣੀਆਂ ਬਾਰੇ ਸੁਣ ਕੇ ਉਹ 'ਤੇ ਅਮਲ ਕਰਕੇ ਲਾਗੂ ਕੀਤਾ ਔਰ ਉਹਦੀ ਬੜੀ ਹੈਲਪ ਕੀਤੀ ਹੈ। ਇਸ ਮਾਮਲੇ ਦੇ ਵਿੱਚ ਡਾਕਟਰ ਸਾਹਿਬ ਨੇ ਤੁਹਾਨੂੰ ਸਾਰਾ ਕੁਝ ਦੱਸਿਆ ਕਿਵੇਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਕੜਾਹ ਪ੍ਰਸ਼ਾਦ ਦੀ ਦੇਗ ਪਹੁੰਚਦੀ ਰਹੀ। ਸੋ ਮੇਰੀ ਵੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਮਹਿੰਗੀਆਂ ਦਵਾਈਆਂ ਖਾਣ ਤੋਂ, ਕੁਆਰੰਟਾਈਨ ਹੋਣ ਤੋਂ, ਪਰੇਸ਼ਾਨ ਹੋਣ ਤੋਂ, ਦੇਖੋ ਕਿੰਨਾ ਸੌਖਾ ਇਲਾਜ ਹੈ। ਤੁਸੀਂ ਕੋਈ ਵੱਟੀ ਨਹੀਂ ਲੈਣੀ, ਜਿਹਨੂੰ ਗੋਲੀ ਕਹਿ ਦਿੰਦੇ ਆਪਾਂ, ਇੰਜੈਕਸ਼ਨ ਤੁਸੀਂ ਨਹੀਂ ਲਵਾਉਣਾ, ਆਪਰੇਸ਼ਨ ਤੋਂ ਬਚ ਰਹਿਣਾ, ਕੋਈ ਖਰਚਾ ਨਹੀਂ, ਛੂਤ ਛਾਤ ਨਹੀਂ, ਕੋਈ ਡਰ ਨਹੀਂ ਲੱਗਦਾ ਇੱਕ ਦੂਜੇ ਤੋਂ।
ਸੰਗਤ ਦੇ ਵਿੱਚ ਜਾਣਾ ਹੈ, ਬਲਕਿ ਉਲਟਾ ਸੰਗਤ ਦੇ ਵਿੱਚ ਜਾਣਾ ਹੈ, ਬੈਠ ਕੇ ਬਾਣੀ ਸੁਣਨੀ ਹੈ, ਉੱਤੇ ਅਮਲ ਕਰਨਾ ਹੈ ਔਰ ਉੱਤੇ ਤਿਆਰ ਹੋਇਆ ਕੜਾਹ ਪ੍ਰਸ਼ਾਦ ਛਕਣਾ ਹੈ ਤੇ ਤੁਸੀਂ ਨੰਬਰ 9 ਹੋਵੋਗੇ। ਸੋ ਇਸ ਲਈ ਡਾਕਟਰ ਸੁਖਬੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਇਹੋ ਜਿਹੀ ਮਹਾਂਮਾਰੀ ਤੋਂ ਆਪਾਂ ਦਰਸ਼ਕੋ ਜੇ ਇਹਨਾਂ ਦੀ ਗੱਲ ਤੇ ਅਮਲ ਕਰੀਏ ਤਾਂ ਅਸੀਂ ਕਰੋਨਾ ਤੋਂ ਭੈਭੀਤ ਹੋਣ ਦੀ ਕੋਈ ਲੋੜ ਨਹੀਂ, ਇਹ ਤੇ ਅਸੀਂ ਬੜਾ ਸੌਖੇ ਤਰੀਕੇ ਨਾਲ ਕਾਬੂ ਪਾ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ।